ਗੁੱਡ ਮਾਰਨਿੰਗ ਸਟੂਡੈਂਟਸ। ਨੈਕਸਟ ਅਸਾਈਨਮੈਂਟ ਅਸੀਂ ਕਰਨ ਜਾ ਰਹੇ ਹੈਗੇ ਡਿਸਕਸ 180 ਤੇ ਅਸਾਈਨਮੈਂਟ ਦੇ ਵਿੱਚ ਅੱਜ ਅਸੀਂ ਕੀ ਕਰਨਾ ਹੈਗਾ ਆ, ਪੂਰਕ ਕੋਣਾਂ ਦੇ ਤ੍ਰਿਕੋਣਮਿਤੀ ਅਨੁਪਾਤ। ਠੀਕ ਹੈ, ਹੁਣ ਗੱਲ ਆ ਗਈ ਹੈ ਇੱਥੇ ਪੂਰਕ ਕੋਣਾਂ ਦੀ। ਤੇ ਸਭ ਤੋਂ ਪਹਿਲਾਂ ਆਪਾਂ ਪੂਰਕ ਕੋਣ ਸਮਝਾਂਗੇ, ਇਹਨੂੰ ਹੀ ਇੰਗਲਿਸ਼ 'ਚ ਕਹਿੰਦੇ ਹੈਗੇ ਆ ਕੰਪਲੀਮੈਂਟਰੀ ਐਂਗਲਸ। ਠੀਕ ਹੈ ਜੀ, ਕੰਪਲੀਮੈਂਟਰੀ ਐਂਗਲਸ। ਤੇ ਕੀ ਹੈਗੇ ਆ ਕੰਪਲੀਮੈਂਟਰੀ ਐਂਗਲਸ? ਕਹਿੰਦੇ ਦੋ ਕੋਣਾਂ ਨੂੰ ਪੂਰਕ ਕਿਹਾ ਜਾਂਦਾ ਆ। ਠੀਕ ਹੈ ਜੀ, ਜਿਹੜੇ ਟੂ ਐਂਗਲਸ ਹੈਗੇ ਅਸੀਂ ਉਹਨਾਂ ਨੂੰ ਕੰਪਲੀਮੈਂਟਰੀ ਉਦੋਂ ਕਵਾਂਗੇ ਜਦੋਂ ਉਹਨਾਂ ਦਾ ਜੋੜ ਜਿਹੜਾ ਹੈਗਾ ਉਹ 90 ਦੇ ਬਰਾਬਰ ਹੋਏਗਾ। ਇਹ ਚੀਜ਼ ਅਸੀਂ ਪਹਿਲਾਂ ਵੀ ਕਰਕੇ ਆਏ ਹੈਗੇ ਆ, ਫਿਰ ਵੀ ਇੱਕ ਵਾਰੀ ਰਿਵੀਜ਼ਨ ਕਰਾ ਦਈਏ। ਜੇ ਮੇਰਾ ਇੱਕ ਐਂਗਲ ਸਟੂਡੈਂਟਸ 40 ਡਿਗਰੀ ਹੈਗਾ ਤੇ ਇਹਦਾ ਪੂਰਕ ਕੋਣ ਕੀ ਹੋਏਗਾ? ਐਂਗਲ ਬੀ। ਇਹਦਾ ਪੂਰਕ ਕੋਣ ਉਦੋਂ ਹੋਏਗਾ ਜਦੋਂ ਮੈਂ ਐਂਗਲ ਏ ਤੇ ਐਂਗਲ ਬੀ ਨੂੰ ਜੋੜਦਾ ਤੇ ਇਹ ਮੇਰਾ 90 ਦੇ ਬਰਾਬਰ ਆਵੇ। ਇਹਦਾ ਮਤਲਬ ਪੱਕਾ ਜਿਹੜਾ ਐਂਗਲ ਬੀ ਹੈਗਾ ਉਹ 50 ਡਿਗਰੀ ਦਾ ਹੋਣਾ ਚਾਹੀਦਾ, ਤਾਂ ਹੀ ਬਣ ਗਿਆ ਨਾ 40 ਜੋੜ 50, ਉਹ ਕਿਹਦੇ ਬਰਾਬਰ ਆ ਗਿਆ? 90 ਦੇ ਬਰਾਬਰ। ਇਹੀ ਚੀਜ਼ ਦਿੱਤੀ ਹੋਈ ਹੈ ਕਿ ਦੋ ਕੋਣ ਉਦੋਂ ਹੀ ਕੰਪਲੀਮੈਂਟਰੀ ਹੋਣਗੇ ਜਦੋਂ ਉਹਨਾਂ ਦਾ ਜੋੜ ਜਿਹੜਾ ਹੈਗਾ 90 ਦੇ ਬਰਾਬਰ ਹੋਏਗਾ। ਹੁਣ ਇਹ ਜਿਹੜੀ ਕਨਸੈਪਟ ਹੈਗੀ ਅੱਜ ਅਸੀਂ ਆਪਣੀ ਡਾਇਗਰਾਮ 'ਚ ਸਮਝਣੀ ਆ। ਦੇਖੋ ਡਾਇਗਰਾਮ ਦੇ ਵਿੱਚ ਕੀ ਹੈਗਾ, ਇੱਕ ਸਾਨੂੰ ਰਾਈਟ ਐਂਗਲ ਟਰਾਇੰਗਲ ਦਿੱਤਾ ਹੋਇਆ ਏ ਬੀ ਤੇ ਸੀ, ਜਿਹਦੇ ਵਿੱਚ ਐਂਗਲ ਬੀ ਤੇ ਬਣ ਰਿਹਾ 90 ਦਾ ਕੋਣ। ਠੀਕ ਹੈ ਜੀ, ਐਂਗਲ ਏ ਜਿਹੜਾ ਹੈਗਾ ਉਹ ਅਸੀਂ ਥੀਟਾ ਲਿਆ, ਐਂਗਲ ਸੀ ਜਿਹੜਾ ਹੈਗਾ ਅਸੀਂ ਫਾਈ ਲਿਆ। ਠੀਕ ਹੈ ਜੀ, ਆਧਾਰ ਬੀ ਲਿਖਿਆ, ਪਰਪੈਂਡੀਕੂਲਰ ਨੂੰ ਅਸੀਂ ਪੀ ਲਿਖਿਆ ਤੇ ਹਾਈਪੋਟੇਨਿਊਸ ਨੂੰ ਅਸੀਂ ਐਚ ਲਿਖਿਆ। ਕਰਨ ਸਾਡਾ ਐਚ ਹੈਗਾ ਆ, ਲੰਬ ਸਾਡਾ ਪੀ ਹੈਗਾ, ਆਧਾਰ ਸਾਡਾ ਬੇਸ ਬੀ ਹੈਗਾ। ਠੀਕ ਹੈ, ਹੁਣ ਸਾਨੂੰ ਪਤਾ ਹੈਗਾ ਹੈ ਕਿ ਟਰਾਇੰਗਲ ਦੇ ਸਾਰੇ ਐਂਗਲਸ ਨੂੰ ਜਦੋਂ ਅਸੀਂ ਜੋੜਦੇ ਹਾਂ, ਠੀਕ ਹੈ, ਉਹਨਾਂ ਦਾ ਜੋੜ ਕਿਹਦੇ ਬਰਾਬਰ ਹੁੰਦਾ ਹੈ? 180 ਦੇ ਬਰਾਬਰ। ਇਹਦਾ ਮਤਲਬ ਜੇ ਮੈਂ ਥੀਟਾ ਵਿੱਚ ਪਹਿਲਾ ਐਂਗਲ ਜੋੜ, ਦੂਜਾ ਐਂਗਲ ਜਿਹੜਾ ਕਿ ਫਾਈ ਹੈ ਜੋੜ, ਤੀਜਾ ਐਂਗਲ ਜੇ ਮੈਂ ਤਿੰਨਾਂ ਨੂੰ ਜੋੜਦਾ ਉਹ ਕਿਹਦੇ ਬਰਾਬਰ ਆਏਗਾ? 180 ਦੇ ਬਰਾਬਰ। ਠੀਕ ਹੈ, ਇੱਥੋਂ ਮੈਂ ਕੀ ਲਿਖ ਸਕਦੀ ਹਾਂ? ਥੀਟਾ ਤੇ ਫਾਈ ਨੂੰ ਜਦੋਂ ਮੈਂ ਜੋੜਦੀ ਹਾਂ ਉਹ ਕਿਹਦੇ ਬਰਾਬਰ ਆਏਗਾ? 180 ਦਾ 180 ਪਲੱਸ 90 ਦੂਜੇ ਪਾਸੇ ਚਲਾ ਗਿਆ, ਉਹ ਕੀ ਬਣ ਗਿਆ ਬੱਚਿਓ? -90। ਠੀਕ ਹੈ ਜੀ, ਇਹਦਾ ਮਤਲਬ ਥੀਟਾ ਜੋੜ ਫਾਈ ਕਿਹਦੇ ਬਰਾਬਰ ਆ ਗਿਆ? 180 ਵਿੱਚੋਂ 90 ਗਏ, ਉਹ ਕੀ ਆ ਗਿਆ? 90। ਠੀਕ ਹੈ, ਇਹਦਾ ਮਤਲਬ ਜਿਹੜੇ ਦੋ ਐਂਗਲਸ ਬਚ ਗਏ ਸੀਗੇ ਉਹਨਾਂ ਦੋਵਾਂ ਨੂੰ ਜਦੋਂ ਅਸੀਂ ਜੋੜਾਂਗੇ ਉਹਦਾ ਕੀ ਆ ਗਿਆ? 90 ਡਿਗਰੀ ਦੇ ਬਰਾਬਰ। ਇਹਦਾ ਮਤਲਬ ਜਿਹੜਾ ਥੀਟਾ ਹੈਗਾ ਆ ਅਤੇ ਜਿਹੜਾ ਫਾਈ ਹੈਗਾ ਆ, ਇਹ ਦੋਵੇਂ ਕੀ ਆ ਗਏ ਬੱਚਿਓ? ਇਹ ਆ ਗਏ ਕੰਪਲੀਮੈਂਟਰੀ ਐਂਗਲਸ, ਇਹ ਆ ਗਏ ਪੂਰਕ ਕੋਣ। ਠੀਕ ਹੈ, ਹੁਣ ਪੂਰਕ ਕੋਣ ਦਾ ਕਨਸੈਪਟ ਅਸੀਂ ਟ੍ਰਿਗਨੋਮੈਟਰੀ ਵਿੱਚ ਕਿਵੇਂ ਯੂਜ਼ ਕਰਨਾ ਆ? ਦੇਖੋ ਅਸੀਂ ਕੀ ਲਿਖਿਆ? ਥੀਟਾ ਜੋੜ ਫਾਈ, ਇਹ ਕੀ ਆ ਗਿਆ? 90 ਦੇ ਬਰਾਬਰ। ਇਹਦੇ ਤੋਂ ਮੈਂ ਲਿਖ ਸਕਦੀ ਜਿਹੜਾ ਥੀਟਾ ਹੈਗਾ ਉਹ ਆ ਗਿਆ 90 ਮਾਈਨਸ ਫਾਈ। ਠੀਕ ਹੈ ਜੀ, ਅਤੇ ਹੀ ਫਾਈ ਨੂੰ ਵੀ ਲਿਖ ਸਕਦੀ ਹਾਂ 90 ਡਿਗਰੀ ਮਾਈਨਸ ਥੀਟਾ। ਠੀਕ ਹੈ ਜੀ, ਇੱਕ ਨੂੰ ਮੈਂ ਦੂਜੇ ਦੇ ਰਿਲੇਸ਼ਨ 'ਚ ਲਿਖ ਸਕਦੀ ਹਾਂ। ਇੱਕ ਕੋਣ ਜਿਹੜਾ ਹੈਗਾ ਹੈ ਉਹਨੂੰ ਕੀ ਹੋਏਗਾ? 90 ਵਿੱਚੋਂ ਜਦੋਂ ਮੈਂ ਦੂਜਾ ਕੋਣ ਮਾਈਨਸ ਕਰ ਦਿੰਦੀ ਹਾਂ। ਹੁਣ ਇਹ ਚੀਜ਼ ਕੀ ਹੈਗੀ ਆ? ਸਭ ਤੋਂ ਪਹਿਲਾਂ ਤੇ ਜਿਹੜੀ ਯਾਦ ਰੱਖਣ ਵਾਲੀ ਚੀਜ਼ ਹੈਗੀ ਆ ਉਹ ਅੱਜ ਅਸੀਂ ਮੇਨ ਫਾਰਮੂਲੇ ਆ ਕਰਨੇ ਆ। ਠੀਕ ਹੈ ਜੀ, ਮੇਨ ਫਾਰਮੂਲੇ ਆ ਕਰਨੇ ਹੈਗੇ ਆ। ਅੱਜ ਅਸੀਂ ਕਰਨੇ ਹੈਗੇ ਆ ਸਾਈਨ ਆਫ 90 ਮਾਈਨਸ ਥੀਟਾ, ਕਾਸ ਆਫ 90 ਮਾਈਨਸ ਥੀਟਾ, ਟੈਨ ਆਫ 90 ਮਾਈਨਸ ਥੀਟਾ, ਸਾਰੇ ਅਸੀਂ ਇਹੀ ਫਾਰਮੂਲੇ ਕਰਨੇ। ਠੀਕ ਹੈ ਯਾਦ। ਇੱਕ ਜਿਹੜਾ ਹੈਗਾ ਜਦੋਂ ਅਸੀਂ ਬੇਟਾ ਕੋਆਰਡੀਨੇਟ ਐਕਸਿਸ ਬਣਾਉਂਦੇ ਆ, ਠੀਕ ਹੈ, ਇੱਕ ਕਨਸੈਪਟ ਤੇ ਮੈਂ ਇੱਥੇ ਕਰਵਾਉਣ ਲੱਗੀ ਤੁਹਾਨੂੰ, ਜਿਹਦੇ ਵਿੱਚ ਮੈਂ ਦੱਸਣਾ ਹੈਗਾ ਹੈ ਕਿ ਸਾਡੇ ਜਿਹੜੇ 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਹੁੰਦੇ, TR ਰੇਸ਼ੀਓਜ਼ ਹੁੰਦੇ ਆ ਸੌਰੀ, ਉਹ ਕਿਸ ਕੁਆਡਰੈਂਟ ਵਿੱਚ ਉਹਨਾਂ ਦੀ ਵੈਲਿਊ ਪੋਜ਼ਿਟਿਵ ਹੁੰਦੀ ਤੇ ਕਿਸ ਕੁਆਡਰੈਂਟ 'ਚ ਉਹਨਾਂ ਦੀ ਵੈਲਿਊ ਨੈਗੇਟਿਵ ਹੁੰਦੀ। ਇਹਦੇ ਲਈ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈਗੀ, ਤੁਸੀਂ ਯਾਦ ਰੱਖਣਾ ਹੈਗਾ ਆਲ ਸਕੂਲ ਟੂ ਕਾਲਜ। ਠੀਕ ਹੈ, ਮੈਂ ਇੱਥੇ ਲਿਖ ਦੇਣੀ ਆਲ ਸਕੂਲ ਟੂ ਕਾਲਜ। ਇਹਦਾ ਮਤਲਬ ਕੀ ਹੈਗਾ? ਸਾਰੇ ਲੋਕੀ ਸਕੂਲ ਤੋਂ ਬਾਅਦ ਕਿੱਥੇ ਜਾਂਦੇ? ਕਾਲਜ 'ਚ ਜਾਂਦੇ। ਅੱਛਾ, ਜਿੱਥੇ ਮੈਂ ਆਲ ਲਿਖਿਆ ਇਹਦੇ ਮਤਲਬ ਕਿ ਇੱਥੇ ਸਾਰੇ ਦੇ ਸਾਰੇ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਜਿਹੜੇ 6 ਨੇ ਉਹ ਸਾਰੇ ਕੀ ਹੋਣਗੇ? ਪੋਜ਼ਿਟਿਵ ਹੋਣਗੇ। ਠੀਕ ਹੈ, ਸੈਕਿੰਡ ਕੁਆਡਰੈਂਟ ਦੇ ਵਿੱਚ ਸਾਈਨ ਹੈਗਾ, ਐਸ ਲਿਖਿਆ ਨਾ, ਇਹਦਾ ਆਏਗਾ ਮਤਲਬ ਸਾਈਨ, ਤੇ ਸਾਈਨ ਦਾ ਆਪੋਜ਼ਿਟ ਕੀ ਹੁੰਦਾ ਹੈ? ਕੋਸੀਕੈਂਡ। ਇਹ ਦੋਵੇਂ ਮੇਰੇ ਹੁੰਦੇ ਇੱਥੇ ਪੋਜ਼ਿਟਿਵ ਹੋਣਗੇ। ਇਹਨਾਂ ਦੋਵਾਂ ਤੋਂ ਇਲਾਵਾ ਸਾਰੇ ਮੇਰੇ ਟੀ ਰੇਸ਼ੀਓਜ਼ ਜਿਹੜੇ ਹੈਗੇ 4 ਦੇ 4 ਉਹ ਨੈਗੇਟਿਵ ਹੋਣਗੇ। ਤੀਜਾ ਹੈਗਾ ਟੀ ਮਤਲਬ ਹੋਇਆ ਟੈਨ, ਤੇ ਟੈਨ ਦੇ ਨਾਲ ਹੋਇਆ ਕਾਟ। ਠੀਕ ਹੈ,
ਟੈਨ ਤੇ ਕਾਟ ਥੀਟਾ ਜਿਹੜਾ ਹੋਏਗਾ ਉਹ ਇੱਥੇ ਪੋਜ਼ਿਟਿਵ ਹੋਣਗੇ, ਬਾਕੀ ਸਾਰੇ 4 ਨੈਗੇਟਿਵ ਹੋਣਗੇ। ਐਂਡ 'ਚ ਆਇਆ ਸੀ ਹੋ ਗਿਆ ਕਾਸ ਤੋਂ ਆਪੋਜ਼ਿਟ ਹੋ ਗਿਆ ਸੀਕੈਂਡ ਥੀਟਾ। ਠੀਕ ਹੈ ਜੀ, ਇੱਥੇ ਆਹ ਦੋ ਜਿਹੜੇ ਹੈਗੇ ਪੋਜ਼ਿਟਿਵ ਹੁੰਦੇ ਆ, ਬਾਕੀ ਸਾਰੇ ਕੀ ਹੋਣਗੇ ਨੈਗੇਟਿਵ ਹੋਣਗੇ। ਹੁਣ ਇਹ ਗੱਲ ਮੈਂ ਇੱਥੇ ਕਿਉਂ ਕਰਾਈ ਹੈ, ਦੇਖੋ ਜਦੋਂ ਅਸੀਂ 90 ਮਾਈਨਸ ਥੀਟਾ ਕਰਨਾ, ਠੀਕ ਹੈ ਜੀ, 90 ਮਾਈਨਸ ਥੀਟਾ, ਇਹਦਾ ਮਤਲਬ 90 ਡਿਗਰੀ ਤੋਂ ਕੁਝ ਘੱਟ ਰਿਹਾ। ਜਦੋਂ ਕੋਆਰਡੀਨੇਟ ਐਕਸਿਸ ਹੈਗੀ ਆ, ਇੱਥੇ ਹੁੰਦਾ ਬੱਚਿਓ 0 ਡਿਗਰੀ, ਇਹ ਹੈਗਾ ਤੁਹਾਡਾ 90 ਡਿਗਰੀ। ਤੁਹਾਨੂੰ ਪਤਾ ਇਹ ਸਾਡਾ 90 ਦਾ ਕੋਣ ਬਣਦਾ, ਇੱਥੇ ਆਉਂਦਾ 90 ਡਿਗਰੀ, ਇੱਥੇ ਆਉਂਦਾ 180 ਡਿਗਰੀ। ਹੁਣ 90 ਡਿਗਰੀ ਤੋਂ ਕੁਝ ਘਟਾ ਰਹੇ ਆ, 90 ਡਿਗਰੀ ਇੱਥੇ ਆ, 90 ਡਿਗਰੀ ਤੋਂ ਕੁਝ ਘਟਾ ਰਹੇ ਆ। ਓਬਵੀਅਸ ਜੀ ਗੱਲ ਹੈਗੀ ਉਹ ਸਾਰੀਆਂ ਚੀਜ਼ਾਂ ਸਾਡੀਆਂ ਪਹਿਲੇ ਕੁਆਡਰੈਂਟ 'ਚ ਆ ਰਹੀਆਂ। ਠੀਕ ਹੈ ਜੀ, ਜਦੋਂ ਪਹਿਲੇ ਕੁਆਡਰੈਂਟ 'ਚ ਆ ਰਹੀਆਂ ਉਹ ਸਾਰੀਆਂ ਚੀਜ਼ਾਂ ਸਾਡੀਆਂ ਪੋਜ਼ਿਟਿਵ ਹੋਣਗੀਆਂ। ਇਸ ਕਰਕੇ ਧਿਆਨ ਨਾਲ ਇਹਨਾਂ ਦੇ ਜਿਹੜੇ ਅੱਗੇ ਰਕਮਾਂ ਬਣਨਗੀਆਂ, ਇਹਨਾਂ ਦੇ ਨਾਲ ਕਿਸੇ ਨੇ ਵੀ ਨੈਗੇਟਿਵ ਦਾ ਨਿਸ਼ਾਨ ਨਹੀਂ ਪਾਉਣਾ। ਠੀਕ ਹੈ, ਇਹ ਸਾਰੇ ਪੋਜ਼ਿਟਿਵ ਹੋਣਗੇ। ਠੀਕ ਹੈ, ਹੁਣ ਕੀ ਹੋਏਗਾ, ਸਾਈਨ 90 ਮਾਈਨਸ ਥੀਟਾ ਕਿਹਦੇ ਬਰਾਬਰ ਆਏਗਾ, ਕਾਸ ਥੀਟਾ ਦੇ ਬਰਾਬਰ। ਇਹ ਮੈਂ ਇਰੇਜ਼ ਕਰਨ ਲੱਗੀ ਹਾਂ, ਹੁਣ ਮੈਂ ਤੁਹਾਨੂੰ ਇੱਥੇ ਸਮਝਾਉਣ ਲੱਗੀ। ਓਕੇ, ਸਾਈਨ 90 ਮਾਈਨਸ ਥੀਟਾ ਕਿਹਦੇ ਬਰਾਬਰ ਆਏਗਾ, ਕਾਸ ਥੀਟਾ ਦੇ ਬਰਾਬਰ। ਤੁਸੀਂ ਕੀ ਕਰਨਾ ਹੈਗਾ ਆ, ਸਾਈਨ ਨੂੰ ਕਾਸ ਵਿੱਚ ਕਰ ਦੇਣਾ, ਠੀਕ ਹੈ, ਤੇ ਕਾਸ ਨੂੰ ਸਾਈਨ ਕਰ ਦੇਣਾ। ਠੀਕ ਹੈ, ਜਿੱਥੇ ਸਾਈਨ 90 ਮਾਈਨਸ ਥੀਟਾ ਹੋਏਗਾ ਉਹਦੀ ਵੈਲਿਊ cos of ਥੀਟਾ ਦੇ ਬਰਾਬਰ ਹੋਏਗੀ, ਤੇ cos of 90 ਮਾਈਨਸ ਥੀਟਾ ਕਿਹਦੇ ਬਰਾਬਰ ਹੋਏਗੀ, sin of ਥੀਟਾ ਦੇ ਬਰਾਬਰ ਹੋਏਗੀ। ਤੇ ਇਹ ਕਿਉਂ ਹੋਏਗੀ, ਇਹ ਵੀ ਹੁਣ ਆਪਾਂ ਸਮਝ ਲਈਏ। ਇਹ ਦੇਖੋ ਇਸ ਇਕੁਏਸ਼ਨ ਦੇ ਵਿੱਚ ਜਿਹੜਾ sin ਥੀਟਾ ਹੈਗਾ, ਇਹ ਹੋਪਸੋ ਤੁਹਾਨੂੰ ਹੁਣ ਨਜ਼ਰ ਆ ਰਿਹਾ, ਬਹੁਤ ਹੀ ਛੋਟਾ ਵੀ ਹੋ ਗਿਆ। ਓਕੇ, sin of ਥੀਟਾ, ਇਸ ਜਿਹੜੀ ਡਾਇਗਰਾਮ ਹੈਗੀ ਇਹਦੇ ਵਿੱਚ ਜੇ ਮੈਂ sin ਥੀਟਾ ਲਿਖਣਾ ਹੋਵੇ, ਠੀਕ ਹੈ, sin ਥੀਟਾ ਕਿਹਦੇ ਬਰਾਬਰ ਆਏਗਾ, ਇਹਦੇ ਸਾਹਮਣੇ ਦਾ ਪਰਪੈਂਡੀਕੂਲਰ ਕੀ ਆ ਗਿਆ, ਇਹ ਆ ਗਿਆ BC ਓਵਰ ਹਾਈਪੋਟੇਨਿਊਸ, ਉਹ ਆ ਗਿਆ AC। ਠੀਕ ਹੈ ਜੀ, ਸਾਈਨ ਥੀਟਾ ਦੀ ਵੈਲਿਊ ਇਹ ਆ ਗਈ ਹੈ। ਕਾਸ ਥੀਟਾ ਦੀ ਵੈਲਿਊ ਮੈਂ ਲਿਖਣੀ ਹੈਗੀ ਆ, ਕਾਸ ਥੀਟਾ ਦੀ ਵੈਲਿਊ ਮੇਰੀ ਆਏਗੀ ਬੇਸ ਆ ਗਿਆ AB ਬਟਾ ਪਰਪੈਂਡੀਕੂਲਰ, ਇਹਦਾ ਹਾਈਪੋਟੇਨਿਊਸ ਆ ਗਿਆ AC। ਠੀਕ ਹੈ ਜੀ, ਹੁਣ ਮੈਂ ਨਾਲ ਹੀ ਲਿਖਣ ਲੱਗੀ ਹੈਗੀ ਆ ਸਾਈਨ ਫਾਈ ਤੇ ਕਾਸ ਫਾਈ ਦੀ ਵੈਲਿਊ। ਠੀਕ ਹੈ ਜੀ, ਇਹ ਥੋੜਾ ਆਪਾਂ ਡਿਫਰੈਂਟ ਲਿਖ ਲਈਏ, ਇਹ ਮੈਂ ਇੱਥੇ ਲਿਖ ਦਿੰਦੀ ਹਾਂ ਸਾਈਨ ਫਾਈ ਦੀ ਵੈਲਿਊ, ਫਾਈ ਇੱਥੇ ਆ, ਇਹਦਾ ਪਰਪੈਂਡੀਕੂਲਰ ਬਣੇਗਾ A ਤੇ B ਬਟਾ ਹਾਈਪੋਟੇਨਿਊਸ ਤੇ ਸੇਮ ਹੈਗਾ, ਇਹ ਆਏਗਾ AC। ਨਾਲ ਹੀ ਮੈਂ ਕੱਢਣੀ ਹੈਗੀ ਕਾਸ ਫਾਈ ਦੀ ਵੈਲਿਊ, ਕਾਸ ਫਾਈ ਇੱਥੇ ਆ, ਇਹਦੇ ਨਾਲ ਦਾ ਬੇਸ ਆ ਹੋ ਗਿਆ, ਇਹ ਆ ਗਿਆ BC ਬਟਾ AC। ਹੁਣ ਤੁਸੀਂ ਦੇਖਣਾ ਆ ਜਿਹੜਾ ਸਾਈਨ ਥੀਟਾ ਦੀ ਵੈਲਿਊ ਹੈਗੀ ਉਹ ਕੀ ਹੈਗੀ, BC ਬਟਾ AC, ਤੇ ਨਾਲ ਹੀ ਕਾਸ ਫਾਈ ਦੀ ਵੈਲਿਊ ਹੈਗੀ ਆ BC ਬਟਾ AC। ਇਹਦਾ ਮਤਲਬ ਸਾਈਨ ਆਫ ਥੀਟਾ ਮੇਰਾ ਕਿਹਦੇ ਬਰਾਬਰ ਆ ਰਿਹਾ, ਕਾਸ ਆਫ ਫਾਈ ਦੇ ਬਰਾਬਰ। ਠੀਕ ਹੈ, ਨਾਲ ਹੀ ਕੀ ਆ ਰਿਹਾ, ਦੂਜੀ ਚੀਜ਼ ਕੀ ਆ ਰਹੀ ਹੈਗੀ, ਕਾਸ ਆਫ ਥੀਟਾ ਮੇਰਾ ਕਿਹਦੇ ਬਰਾਬਰ ਆ ਰਿਹਾ, ਸਾਈਨ ਆਫ ਫਾਈ ਦੇ। ਠੀਕ ਹੈ, ਹੁਣ ਆਹ ਚੀਜ਼ ਤੇ ਗੌਰ ਕਰਨਾ, ਮੈਂ ਇੱਥੇ ਲਿਖਣ ਲੱਗੀ ਆ ਕਾਸ ਥੀਟਾ ਸਾਈਨ ਫਾਈ ਦੇ ਬਰਾਬਰ ਆ ਗਿਆ। ਠੀਕ ਹੈ ਜੀ, ਹੁਣ ਫਾਈ ਨੂੰ ਮੈਂ ਕੀ ਲਿਖ ਸਕਦੀ ਹਾਂ, 90 ਡਿਗਰੀ ਮਾਈਨਸ ਥੀਟਾ। ਠੀਕ ਹੈ, ਤੇ ਬਣ ਗਈ ਨਾ ਸਾਡੀ ਚੀਜ਼, ਸਾਈਨ 90 ਮਾਈਨਸ ਥੀਟਾ ਕਿਹਦੇ ਬਰਾਬਰ ਆ ਗਿਆ, ਕਾਸ ਆਫ ਥੀਟਾ ਦੇ ਬਰਾਬਰ। ਇੱਥੋਂ ਇਹ ਚੀਜ਼ ਨਿਕਲ ਕੇ ਆਈ ਹੈ, ਸਾਈਨ ਦਾ ਕੀ ਬਣ ਜਾਂਦਾ ਹੈਗਾ, ਕਾਸ ਬਣ ਜਾਂਦਾ, ਪਰ ਸਾਈਨ ਦੇ ਨਾਲ ਕੀ ਹੋਏਗਾ, ਇੱਥੇ ਸਾਈਨ ਦੇ ਨਾਲ ਕੱਲਾ ਥੀਟਾ ਨਹੀਂ ਹੋਏਗਾ, ਸਾਈਨ 90 ਮਾਈਨਸ ਥੀਟਾ ਕਾਸ ਥੀਟਾ ਦੇ ਬਰਾਬਰ ਹੋਏਗਾ। ਠੀਕ ਹੈ ਜੀ, ਇਸੇ ਤਰ੍ਹਾਂ ਇਹ ਇੱਥੇ ਸਾਰੀ ਅਸਾਈਨਮੈਂਟ ਵਿੱਚ ਸਮਝਾਇਆ ਹੈਗਾ ਆ, ਇਹ ਤੁਸੀਂ ਸਾਰਿਆਂ ਨੇ ਸਮਝ ਲੈਣਾ। ਠੀਕ ਹੈ, ਇਹ ਮੈਂ ਤਾਂ ਨਹੀਂ ਜ਼ੋਰ ਪਾ ਰਹੀ ਕਿਉਂਕਿ ਇਹ ਚੀਜ਼ ਤੁਹਾਨੂੰ ਸਮਝ ਆਣੀ ਚਾਹੀਦੀ ਹੈਗੀ, ਪੇਪਰ ਵਿੱਚ ਤੁਸੀਂ ਇਹਨੂੰ ਯਾਦ ਨਹੀਂ ਕਰਨਾ ਹੈਗਾ, ਤੁਹਾਨੂੰ ਇਹ ਸਮਝ ਆਉਣਾ ਚਾਹੀਦਾ, ਇਹਦਾ ਬਸ ਅਸੀਂ ਕੰਸੈਪਟ ਯੂਜ਼ ਕਰਨਾ ਹੈ। ਠੀਕ ਹੈ, ਹੁਣ ਤੁਸੀਂ ਕਿਵੇਂ ਲਿਖਣਾ ਹੈ, ਸਾਈਨ 90 ਮਾਈਨਸ ਥੀਟਾ, ਉਦੋਂ ਕੀ ਲਿਖੋਗੇ ਤੁਸੀਂ, ਇਹਦਾ ਆਨਸਰ ਕੀ ਆਏਗਾ, ਕਾਸ ਆਫ ਕੱਲਾ ਐਂਗਲ ਥੀਟਾ। ਠੀਕ ਹੈ, ਕਾਸ ਨੂੰ ਲਿਖਣਾ ਹੈਗਾ ਆ ਸਾਈਨ ਆਫ ਥੀਟਾ, ਸਾਈਨ ਦਾ ਕਾਸ, ਕਾਸ ਦਾ ਸਾਈਨ, ਟੈਨ ਦਾ ਕਾਟ, ਕਾਟ ਦਾ ਟੈਨ। ਠੀਕ ਹੈ ਜੀ, ਇਹ ਯਾਦ ਰੱਖਣਾ, ਕੋਸੀਕੈਂਡ ਦਾ ਸੀਕੈਂਡ ਤੇ ਸੀਕੈਂਡ ਦਾ ਕੋਸੀਕੈਂਡ। ਠੀਕ ਹੈ ਜੀ, ਮਤਲਬ ਜੇ ਕੋਸੀਕੈਂਡ ਸਾਡਾ 90 ਮਾਈਨਸ ਥੀਟਾ ਹੈਗਾ ਤੇ ਉਹ ਕਿਹਦੇ ਬਰਾਬਰ ਆਏਗਾ, ਸੀਕੈਂਡ ਆਫ ਥੀਟਾ ਦੇ ਬਰਾਬਰ। ਉਸੇ ਤਰ੍ਹਾਂ ਜੇ ਸੀਕੈਂਡ 90 ਮਾਈਨਸ ਥੀਟਾ ਹੈਗਾ ਉਹ ਕਿਹਦੇ ਬਰਾਬਰ ਆਏਗਾ, ਕੋਸੀਕੈਂਡ ਆਫ ਥੀਟਾ। ਧਿਆਨ ਦੇਣਾ ਇੱਥੇ ਥੀਟਾ ਤੇ ਇੱਥੇ ਵੀ ਥੀਟਾ ਆ, ਥੀਟਾ ਤੇ ਫਾਈ ਨਹੀਂ ਕਰਨਾ,
थीटा का थीटा होएगा एक जगह ते थीटा 90 माइनस हो रहा, कोसीकेंड 90 माइनस थीटा वो किहदे बराबर आ रहा सीकेंड ऑफ जिहड़ा 90 विचों असीं एंगल माइनस कर रहे हैं थीटा। ठीक है जी। हुण इस कंसैप्ट नूं असीं क्वेश्चनस विच यूज़ करना है। देखिए किवें यूज़ करना। पहला क्वेश्चन देखो इत्थे, पहला क्वेश्चन की हैगा आ साइन ऑफ 18 डिग्री बटा कॉस ऑफ 72 डिग्री ते इन्हां दा असीं की करना है, इन्हां दी असीं वैल्यू पता करनी आ। इन्हूं असीं किवें सॉल्व करना देखो हुण सानू पता हैगा पहला असीं इत्थे ट्रिक लगा लैनी आ कि सोच के कि क्वेश्चन किहदे तो है। देखो असीं कर लेना 18 च 72 जोड़िए तो आ गया 90, ਇਹਦਾ मतलब ਇਹ पूरक कोण ਦਾ कंसैप्ट असीं इत्थे लगाना हैगा। ठीक है। साइन ऑफ 18 डिग्री 18 ਨੂੰ मैं की लिख सकती हाँ 90 ਵਿੱਚੋਂ जे मैं 72 ਨੂੰ माइनस करदा। ठीक है जी। देखो मैं कुछ नहीं किया 18 की जगह ते 90 माइनस 72 लिखिया, बटे का बटा लिखिया, कॉस का कॉस लिखिया ते 72 का 72 लिखिया, नीचे वाली रकम मैं सेम लिखी है। इनू अगे की करना हुण तुसीं समझना। इनू देखो साइन ऑफ 90 माइनस 72 हुणे करवा के हटे आ साइन ऑफ 90 माइनस थीटा। साइन ऑफ 90 माइनस थीटा किहदे बराबर सीगा कॉस ऑफ थीटा दे बराबर ते इत्थे थीटा दी वैल्यू की हैगी आ 72। ठीक है जी। ए दी वैल्यू उपर वाली दी वैल्यू की आ गई कॉस ऑफ 72। इनू डिवाइड किया हैगा कॉस ऑफ 72 डिग्री दे नाल, दोवें जिहड़े हैगे आपस च कट गए ते वैल्यू साडी की आ गई 1। ठीक है। इहो ਜਿਹੇ ਜਿਹੜੇ क्वेश्चन है ना सिंपलीफाई करके बहुत छोटिया जी रकम निकल के आनी है। देखो रकम की निकल के आ रही है 1। इनू इस तरीके नाल असीं सॉल्व करना है। हाँ इसे क्वेश्चन ने तुसीं दूजे तरीके नाल भी कर सकते सीगे। दूजा तरीका इत्थे देख लीए वो की सीगा नीचे वाले नू चेंज कर दिंदे, जिद्दां इनू मैं रखिया साइन ऑफ 18 डिग्री बटा हुण नीचे वाले नू चेंज कर दिए कॉस ऑफ, हुण मैं 72 नू चेंज कर देवां 72 की आ सकता है 90 डिग्री माइनस 18 डिग्री, यह भी कर सकते हैं, चॉइस तुहाडी आ। ठीक है। असाइनमेंट में एक टाइप का किया होया आ, जे तुहानूं समझ आ जाए तो तुसीं जिहड़े मर्जी मैथड नाल कर सकते हो। ठीक है। 18 डिग्री का 18 डिग्री हुण नीचे आ गया कॉस 90 माइनस थीटा। कॉस 90 माइनस थीटा किहदे बराबर हुंदा साइन थीटा दे बराबर, तो साइन का साइन लिखिया, इत्थे थीटा की है 18 तो ये आ गया 18 डिग्री। फिर आ गया साइन 18 बाई साइन 18 दोवें कट्टे गए, आंसर की आ गया 1। जिहड़ा मर्जी मैथड कर लो, आह कर लो या आ कर लो, गल हैगी तुहानूं समझ आउणा चाहीदा। नैक्सट क्वेश्चन हैगा साडा कोसीकेंड ऑफ 31 माइनस सीकेंड ऑफ 59। मैं आंसर नहीं दिखाने लगी हाँ, मैं तुहानूं इत्थे सॉल्व करके दिखाने लगी हाँ ताकि तुहानूं समझ आवे। ओके कोसीकेंड ऑफ 31 सीकेंड ऑफ 59। सब तो पहला असीं देख लेना 31 च 59 जोड़िए साडा 90 बन गया। ਇਹਦਾ मतलब वैल्यूज असीं चेंज करांगे इत्थे। ठीक है। एक क्वेश्चन दूजा है इत्थे करें कोसीकेंड ऑफ 31 नू चेंज कर लो, भावें सीकेंड ऑफ 59 नू चेंज कर लो। मैं कोसीकेंड नू चेंज करने लगी 31 नू मैं लिखन लगी हाँ 90 माइनस ऑफ 59। 31 नू मैं वैल्यू नू चेंज करके लिखा होया 90 माइनस 59, माइनस द माइनस सीकेंड द सीकेंड 59 द 59 इक्वल्स टू हुण कोसीकेंड 90 माइनस थीटा ये 90 आ, ए माइनस आ, ए थीटा आ। ठीक है। कोसीकेंड 90 माइनस थीटा के बराबर सीगा सीकेंड ऑफ थीटा, सीकेंड का सीकेंड लिखा, थीटा की वैल्यू हैगी 59 59 द 59 इस माइनस द माइनस सीकेंड द सीकेंड एंड 59 द 59। ठीक है जी। हुण सीकेंड 59 विचों सीकेंड 59 गए, आंसर की आ गया तुहाडा 0। ठीक है जी। तुसी कोसीकेंड नूं छड्ड के सीकेंड नूं भी चेंज कर सकते सीगे, आंसर तुहाडा की आना है 0 ही आना है। आ देखो नीचे इत्थे प्रूफ किया होया इन्होंने भी कोसीकेंड नूं चेंज किया है। ठीक है जी। ओके अगला क्वेश्चन भी हैगा आ। अगला क्वेश्चन देखो ये मैं इत्थों ही करवा देनी तुहानूं क्योंकि हुण तक मैनूं लगदा तुहानूं समझ आ गया। ठीक है। ओके tan ऑफ 48 tan ऑफ 23 डिग्री मल्टीप्लाइड बाय tan ऑफ 42 डिग्री मल्टीप्लाइड बाय tan ऑफ 67 डिग्री। देखो जो विच कोई निशानियां नहीं है इट मीनस ऑबवियस सी गल हैगी आ विच मल्टीप्लाई हैगा। ठीक है। ये सारिया की वैल्यू के बराबर हैगी 1 के बराबर। ये असी हुण कटनी वैल्यू देखो सब तो पहला तो असी कॉम्पलीमेंट्री एंगल्स लभने 48 विच की जोड़ांगे कि साडा जिहड़ा हैगा वो 90 का आ जाए। ठीक है। 48 विच जे मैं 42 जोड़दी हाँ। ठीक है। 48 विच 42 जोड़ के वेखो जरा 8 ते 2 10 9 ये आ गया 90। ठीक है। ਇਹਦਾ मतलब tan 48 ਦੇ ਨਾਲ ਤੁਸੀਂ ਅਗਲੀ ਰਕਮ ਕੀ ਲਿਖ ਲੈਣੀ ਹੈਗੀ tan of 42। ਇਹਨਾਂ ਦੋਵਾਂ ਨੂੰ ਇਕੱਠੇ ਕਰ ਲਓ ਜਿਹੜੀ ਕਿ ਚੀਜ਼ ਇੱਥੇ ਕੀਤੀ ਹੋਈ ਹੈ। ਠੀਕ ਹੈ। ਨਾਲ ਹੀ tan of 23 tan of 67
ਇਹਨੂੰ ਤੁਸੀਂ ਇਕੱਠਾ ਲਿਖ ਲੈਣਾ, ਕੁਛ ਨਹੀਂ ਕੀਤਾ, ਬਸ ਇਹਨਾਂ ਨੂੰ एक जगह तो दूजी जगह ते लैके गए। tan of 48 मल्टीप्लाई बाय tan of 42 मल्टीप्लाई बाय tan of 23 मल्टीप्लाई बाय tan of 67। हुण अगले केस दे विच असी 48 नूं चेंज किया, असी की लिखता tan of 48 नूं लिखता 90 माइनस 42। बाकी रकम tan of 42 डिग्री नूं असी tan of 42 डिग्री ही रखिया आ। मल्टीप्लाई बाय tan of 23 नूं चेंज करके की लिखिया 90 माइनस 67 ਤੇ tan of 67 ਅਸੀਂ tan of 67 ਹੀ ਰੱਖਿਆ। ਠੀਕ ਹੈ, tan of 90 ਮਾਈਨਸ ਥੀਟਾ ਸਾਡਾ cot of ਥੀਟਾ ਮਤਲਬ ਕਿ cot of 42 ਡਿਗਰੀ ਬਣ ਗਿਆ। tan of 90 ਮਾਈਨਸ 67 ਸਾਡਾ ਕੀ ਬਣ ਗਿਆ cot of ਥੀਟਾ ਮਤਲਬ cot of 67 ਡਿਗਰੀ। ਬਾਕੀ ਦੋ ਚੀਜ਼ਾਂ ਜਿਹੜੀਆਂ ਹੈਗੀਆਂ, ਬਾਕੀ tan of 42 ਇਦਾਂ ਹੀ ਰਹਿ ਗਿਆ ਤੇ tan of 67 ਇਹ ਵੀ ਇਦਾਂ ਹੀ ਰਹਿ ਗਿਆ। ਠੀਕ ਹੈ, ਕੀ ਬਦਲੇ ਨੇ cot ਤੇ cot। ਠੀਕ ਹੈ, अगले स्टैप दे विच तुसी की करना, कॉट नूं असी लिख सकते 1/tan, तुसी की कर देना cot of 42 नूं लिखिया 1/tan of 42 मल्टीप्लाई दा मल्टीप्लाई tan 42 दा tan 42। फिर अगे आ गया cot नूं फिर चेंज किया 1/tan 67 डिग्री, जिहड़ा नाल एंगल हैगा एंगल नूं एंगल ही रखना है। जिवें जे cot of 67 आ तो की बन गया 1/tan 67 मल्टीप्लाई बाय tan of 67, tan of 67 ਨੂੰ tan of 67 ਹੀ ਰੱਖਿਆ। ਕਿਉਂ ਰੱਖਿਆ? ਕਿਉਂਕਿ ਅਸੀਂ tan 42 ਦੇ ਨਾਲ tan 42 ਕੱਟ ਦੇਣਾ ਆ, tan 67 ਦੇ ਨਾਲ tan 67 ਕੱਟ ਦੇਣਾ। ਜਦੋਂ ਇੱਥੇ ਕੱਟੇਗਾ ਇੱਥੇ 1 ਬਚ ਗਿਆ, ਇੱਥੇ ਵੀ 1 ਬਚ ਗਿਆ। 1 ਮਲਟੀਪलाई ਬਾਈ 1 ਕੀ ਬਣ ਗਿਆ ਸਾਡਾ 1, ਜਿਹੜਾ ਕਿ ਸਾਡਾ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਗਿਆ। ਠੀਕ ਹੈ, ਇਹੀ ਟ੍ਰਿਕ ਹੈਗੀ ਆ। ਜਿਹੜੇ ਦੋ ਐਂਗਲਸ ਨੂੰ ਜੋੜ ਕੇ ਅਸੀਂ 90 ਬਣਾਉਣੇ ਉਹਨਾਂ ਨੂੰ ਇਕੱਠੇ ਕਰ ਲਓ, ਬਾਅਦ 'ਚ ਵੈਲਿਊਜ਼ ਚੇਂਜ ਕਰਕੇ ਜਾਂ ਮਾਈਨਸ ਹੋ ਜਾਂਦਾ ਮਾਈਨਸ ਕਰ ਲਓ, ਜੇ ਮਲਟੀਪਲਾਈ 'ਚ ਹੈਗੇ ਹੋ ਤਾਂ ਉਹਦਾ ਰੈਸੀਪ੍ਰੋਕਲ ਲੈ ਕੇ ਤੁਸੀਂ ਉਹਦੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਕੱਟ ਦੇਣੀਆਂ। ਠੀਕ ਹੈ, ਹੁਣ ਇਹਦੇ ਬੇਸ 'ਤੇ ਦੋ ਕੁਐਸਚਨਸ ਹੈਗੇ ਨੇ, ਉਹ ਵੀ ਡਿਸਕਸ ਕਰ ਲਈਏ। ਕਹਿੰਦੇ 0 ਡਿਗਰੀ ਤੇ 45 ਡਿਗਰੀ ਦੇ ਵਿਚਕਾਰ ਦੇ ਕੋਣਾਂ ਦੇ ਤ੍ਰਿਕੋਣਮਿਤੀ ਅਨੁਪਾਤਾਂ ਦੇ ਪਦਾਂ ਵਿੱਚ sin 67 ਪਲੱਸ cos 75 ਦੀ ਵੈਲਿਊ ਕਿਹਦੇ ਬਰਾਬਰ ਹੋਏਗੀ। ਠੀਕ ਹੈ ਜੀ, ਸਾਨੂੰ ਪਤਾ ਹੈਗਾ ਆ sin of 67। ਠੀਕ ਹੈ ਜੀ, ਸਾਈਨ ਆਫ 67 ਨੂੰ ਮੈਂ ਕੀ ਲਿਖ ਸਕਦੀ ਹਾਂ ਸਾਈਨ ਆਫ 90 ਮਾਈਨਸ 23 ਡਿਗਰੀ। ਠੀਕ ਹੈ ਜੀ, ਸਾਈਨ ਆਫ 90 ਮਾਈਨਸ 23 ਕਿਹਦੇ ਬਰਾਬਰ ਹੋ ਗਿਆ cos ਆਫ 23 ਡਿਗਰੀ। ਠੀਕ ਹੈ, ਤੇ ਪਹਿਲੀ ਰਕਮ ਮੈਨੂੰ cos ਆਫ 23 ਚਾਹੀਦੀ, ਜਿਹੜੀ ਡੀ 'ਚ ਵੀ ਹੈਗੀ, ਜਿਹੜੀ ਸੀ 'ਚ ਵੀ ਹੈਗੀ। ਠੀਕ ਹੈ, ਨਾਲੇ ਹੀ cos 75 ਕੀ ਆ ਜਾਏਗਾ, cos 75 ਨੂੰ ਮੈਂ ਲਿਖ ਸਕਦੀ ਹੈਗੀ ਹਾਂ cos ऑफ 90 माइनस 25 आएगा कि 15 आएगा है ना 15। ठीक है जी, cos ऑफ 15 जेड़ा कि आ रहा साइन ऑफ 15 के बराबर, दूजी वैल्यू मेरी साइन 15 आ रही है। अच्छा, डी ते सी ऑप्शन जी है सेम ही हो गया, वो बाई मिसटेक हो गई आ। ठीक है, यदा मतलब जी सी ऑप्शन हैगी बच्चे साड़ी एक करैक्ट ऑप्शन होगी। ठीक है, साइन 67 के बराबर आ गया cos 23 के बराबर, तो cos 75 के बराबर आ गया साइन ऑफ 15 डिग्री के बराबर। सी ऑप्शन करैक्ट हैगी। नैक्सट क्वेश्चन हैगा साडा एंगल ए ते एंगल सी, इन्हां दोवां दा जोड़ जिहड़ा हैगा 90 के बराबर है, तो असी कोसिकेंट सी की वैल्यू कढनी है। पहला तो इत्थों कढ लीए एंगल ए जोड़ एंगल सी 90 डिग्री आ, इहदा मतलब एंगल सी जिहड़ा हैगा वो 90 माइनस ए आ। ठीक है जी, इन्ना पता लग गया। हुण असी कढनी हैगी कोसिकेंट सी की वैल्यू, कोसिकेंट ऑफ सी की वैल्यू एक ही आ गई, कोसिकेंड ऑफ सी की वैल्यू चेंज कर ली, एक ही आ गया 90 डिग्री माइनस ए। कोसिकेंड 90 माइनस थीटा की जगह पे बच्चे ए है, थीटा इज़ ऑल्सो वेरीएबल, इतने ए भी असी यूज़ करते हैं एंगल ही, असी 5 भी यूज़ करते हैं। ठीक है, असी एक्स भी यूज़ कर सकते कई क्वेश्चन के, दीज ऑल आर वेरीएबल जी असी एंगल की जगह पर रखे, इस करके कन्फ्यूज नहीं होना। कोसिकेंड 90 माइनस ए के बराबर आ गया साडा, कोसिकेंड असी की बना देना हुंदा आ सीकेंड ए। ठीक है, तो कोसिकेंड सी की वैल्यू के बराबर आ गई सीकेंड ए साडी हैगी आ चौथी ऑप्शन। ठीक है जी, ये नाल ही साडी असाइनमेंट भी कंप्लीट हो गई है, तो कंप्लीट कर लियो। तो अपने टीचर्स को कोई डाउट होंदी है तो उन्होंने भी पूछ सकते हो, तो मैनू तुसीं नीचे कमेंट करके भी पूछ सकते हो। ठीक है जी, ओके बच्चियों, बाय बाय।